ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਮੇਰੇ ਅਰਸ਼ ਸਿੱਧੂ ਵੱਲੋਂ ਜੀ ਆਇਆਂ ਨੂੰ। ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਤਿ ਸ਼੍ਰੀ ਅਕਾਲ। ਮੇਰੇ ਨਾਲ ਨੇ ਲਾਪਰੀ ਸੰਧੂ, ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸਤਿ ਸ਼੍ਰੀ ਅਕਾਲ ਵਿੱਚ ਬਹੁਤ-ਬਹੁਤ ਸਵਾਗਤ ਜੀ। शुक्रिया। ਕੀ ਕਹਿੰਦਾ ਜੀ ਪੰਜਾਬ ਦਾ ਮੌਸਮ? ਜੇਕਰ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰੀਏ ਤਾਂ ਲੰਘੇ ਦਿਨ ਪੰਜਾਬ ਦੇ ਮੌਸਮ ਦੇ ਵਿੱਚ ਜਿਹੜੀ ਸੋਹਣੀ ਧੁੱਪ ਚੜੀ ਹੈ, ਪਰ ਇਸ ਦੇ ਨਾਲ ਅਰਸ਼ ਜੀ ਜੇਕਰ ਮੈਂ ਦਿਨ ਤੇ ਰਾਤ ਦੀ ਗੱਲ ਕਰਾਂ, ਜਿਸ ਹਿਸਾਬ ਨਾਲ ਸੁਬਾਹ ਤੇ ਰਾਤ ਨੂੰ ਜਿਹੜਾ ਮੌਸਮ ਹੁੰਦਾ ਉਹ ਠੰਡਾ ਹੁੰਦਾ, ਪਰ ਜਦੋਂ ਆਪਾਂ ਦਿਨ ਦੀ ਗੱਲ ਕਰਦੇ ਹਾਂ ਦਿਨ ਵੇਲੇ ਜਿਹੜੀ ਧੁੱਪ ਹੈ ਵਾਹ ਤਿੱਖੀ ਲੱਗਦੀ ਹੈ, ਜਿਹਦੇ ਨਾਲ ਕਿਤੇ ਨਾ ਕਿਤੇ ਮੌਸਮ ਵਿਭਾਗ ਨੇ ਕਿਹਾ ਵੀ ਕਣਕਾਂ ਨੂੰ ਹੋ ਸਕਦਾ ਕਿਤੇ ਨਾ ਕੋਈ ਅਸਰ ਹੋਵੇ ਇਸ ਦਾ। ਤੇ ਇਸ ਦੇ ਨਾਲ ਜੇਕਰ ਮੈਂ ਸ਼ਿਮਲੇ ਦੀ ਗੱਲ ਕਰਾਂ ਤਾਂ ਸ਼ਿਮਲੇ ਦੇ ਵਿੱਚ ਆਪਾਂ ਨੂੰ ਵੀ ਪਤਾ ਜਿਹੜਾ ਮੌਸਮ ਉਹ ਠੰਡਾ ਹੁੰਦਾ, ਪਰ ਸ਼ਨੀਵਾਰ ਤੇ ਐਤਵਾਰ ਉਸ ਦੇ ਵਿੱਚ ਵੀ ਮੌਸਮ ਦੇ ਵਿੱਚ ਜਿਹੜਾ ਗਰਮ ਮੌਸਮ ਹੈ ਜਾਂ ਕਹਿ ਲਾਂ ਵੀ ਗਰਮ ਤਾਪਮਾਨ ਦਾ ਜਿਹੜਾ ਮੌਸਮ ਮਹਿਸੂਸ ਕੀਤਾ ਗਿਆ, ਉੱਥੇ ਦੱਸਿਆ ਗਿਆ ਵੀ ਆਮ ਨਾਲੋਂ ਘੱਟੋ ਘੱਟ 11 ਡਿਗਰੀ ਸੈਲਸੀਅਸ ਜਿਹੜਾ ਘੱਟ ਤਾਪਮਾਨ ਰਿਹਾ, ਜਿਹੜਾ ਗਰਮ ਰਿਹਾਗਾ। ਤੇ ਉਹਨੇ ਕਿਹਾ ਵੀ ਇਹ ਪੂਰੇ 17 ਸਾਲਾਂ ਬਾਅਦ ਹੋਇਆ ਇਸ ਤਰ੍ਹਾਂ ਨਾਲ ਵੀ ਸ਼ਿਮਲੇ ਦੇ ਵਿੱਚ ਜਿਹੜੀ ਇੰਨੀ ਗਰਮੀ ਉਹ ਵਧੀ ਹੋਈ ਹੈ। ਜੀ ਫੂਕ ਮਾਰ ਕੇ ਅਸੀਂ ਮੋਮਬੱਤੀ ਨੂੰ ਤਾਂ ਬੁਝਾ ਸਕਦੇ ਹਾਂ, ਪਰ ਅਗਰਬੱਤੀ ਨੂੰ ਨਹੀਂ, ਕਿਉਂਕਿ ਜੋ ਮਹਿਕਦਾ ਉਹਨੂੰ ਕਦੇ ਵੀ ਬੁਝਾਇਆ ਨਹੀਂ ਜਾ ਸਕਦਾ ਤੇ ਜਿਹੜਾ ਸੜਦਾ ਉਹ ਆਪਣੇ ਆਪ ਹੀ ਬੁਝ ਜਾਂਦਾ। ਜਿਵੇਂ ਜਿਹੜਾ ਇੱਕ ਵਿਅਕਤੀ ਹੈ ਜਦੋਂ ਤਰੱਕੀ ਦੀ ਰਾਹ ਤੇ ਜਾਂਦਾ ਤਾਂ ਉਹਨੂੰ ਕਦੇ ਕੋਈ ਵੀ ਨਹੀਂ ਰੋਕ ਸਕਦਾ, ਕਿਉਂਕਿ ਉਹਦਾ ਹੱਕ ਹੈ, ਉਹ ਆਪਣੇ ਰਾਹ ਵੱਲ ਸਹੀ ਜਾ ਰਿਹਾ ਹੈ। ਤੇ ਜਿਹੜਾ ਬੰਦਾ ਉਹਨੂੰ ਦੇਖ ਕੇ ਜੈਲਸ ਹੁੰਦਾ ਜਾਂ ਕਿ ਉਸ ਬੰਦੇ ਨੂੰ ਟੋਕਦਾ ਜਾਂ ਰੋਕਦਾ ਤਾਂ ਕਿ ਉਹ ਆਪਣੇ ਆਪ ਹੀ ਅੱਕ ਕੇ ਬਹਿ ਜਾਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹਨੇ ਆਪਦੀ ਮੰਜ਼ਿਲ ਵੱਲ ਜਾਣਾ ਤੇ ਪਹੁੰਚ ਹੀ ਜਾਊਗਾ। ਦੇਖੋ ਅਰਸ਼ ਜੀ, ਜਦੋਂ ਆਪਾਂ ਨਾ ਵਿਅਕਤੀਆਂ ਦੀ ਗੱਲ ਕਰਦੇ ਆ ਜਾਂ ਲੋਕਾਂ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਨਾ ਦੋ ਤਰ੍ਹਾਂ ਦੇ ਲੋਕ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਹੁੰਦੇ ਆ, ਇੱਕ ਚੰਗੇ ਤੇ ਇੱਕ ਮਾੜੇ। ਚੰਗੇ ਦਾ ਮਤਲਬ ਇਹ ਕਹਿ ਸਕਦੇ ਆ ਵੀ ਜਿਹੜੇ ਆਪਦੇ ਕੰਮ ਤੇ ਮਤਲਬ ਰੱਖਦੇ ਆ, ਦੂਜਿਆਂ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਇਹ ਕਿੱਥੇ ਪਹੁੰਚ ਗਿਆ, ਕਿੰਨੀ ਤਰੱਕੀ ਕਰ ਲਈ ਜਾਂ ਇਹ ਕੀ ਕਰ ਰਿਹਾ। ਉਹਨਾਂ ਨੂੰ ਇਹ ਮਤਲਬ ਹੁੰਦਾ ਵੀ ਸਮਾਜ ਦੇ ਵਿੱਚ ਚੰਗੇ ਕੰਮ ਕਰੋ, ਸਮਾਜ ਨੂੰ ਚੰਗੀ ਸੇਧ ਦਿਓ, ਆਪ ਦੇ ਨਾਲਦਿਆਂ ਦਾ, ਆਪ ਤੋਂ ਛੋਟਿਆਂ ਦਾ ਉਹਨਾਂ ਦਾ ਜਿਹੜੀ ਸਹਾਇਤਾ ਕਰੋ। ਜੇਕਰ ਕੋਈ ਗਰੀਬ ਆ ਤਾਂ ਸਮਾਜ ਦੇ ਵਿੱਚ ਉਹਦੀ ਸਹਾਇਤਾ ਕਰ ਸਕਦੇ ਹੋ, ਜਾਂ ਤੁਸੀਂ ਕੀ ਹੈ ਜੇਕਰ ਸਹਾਇਤਾ ਕਰਨ ਯੋਗ ਨਹੀਂ ਹੈਗੇ ਤਾਂ ਤੁਸੀਂ ਉਹਦੀ ਨਿੰਦਿਆ ਨਾ ਕਰੋ ਜਾਂ ਉਹਦੇ ਤੇ ਹੱਸੋ ਨਾ, ਸਗੋਂ ਉਹਦਾ ਹੌਸਲਾ ਵਧਾਓ ਵੀ ਕੋਈ ਨਹੀਂ, ਅੱਜ ਤੇਰੇ ਤੇ ਇਹ ਦਿਨ ਆ ਤੇ ਕੱਲ੍ਹ ਨੂੰ ਚੰਗੇ ਵੀ ਆਉਣਗੇ। ਤੇ ਜੇਕਰ ਮੈਂ ਦੂਜੇ ਲੋਕਾਂ ਦੀ ਗੱਲ ਕਰਾਂ, ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਦੇਖ ਕੇ ਹੱਸਣਾ ਜ਼ਿਆਦਾ ਮੈਂ ਕਹਿ ਲਾ ਵੀ ਪ੍ਰੈਫਰ ਕਰਦੇ ਨੇ। ਉਹ ਕਹਿੰਦੇ ਨੇ ਵੀ ਇਹਨਾਂ ਤੇ ਹੱਸਣਾ, ਜਾਂ ਕਹਿ ਲਾ ਉਹਨਾਂ ਦੀ ਮਾਨਸਿਕਤਾ ਹੀ ਇੰਨੀ ਕੁ ਹੁੰਦੀ ਹੈ ਵੀ ਉਹਨਾਂ ਨੂੰ ਲੋਕਾਂ ਨੂੰ ਦੇਖ ਕੇ ਉਹਨਾਂ ਤੇ ਹੱਸਣਾ। ਜੇਕਰ ਉਹ ਗਰੀਬ ਹੈ ਜਾਂ ਉਹਦੇ ਕੋਲੇ ਜੇਕਰ ਸੈਂਸ ਘੱਟ, ਆਪਾਂ ਕਹਿੰਦੇ ਨੇ ਕਈ ਵਾਰੀ ਅਕਲ ਬੰਦੇ ਕੋਲੇ ਘੱਟ ਹੁੰਦੀ ਹੈ, ਤਾਂ ਉਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ। ਤਾਂ ਇਹ ਬਿਹਤਰ ਹੈ ਵੀ ਜੇਕਰ ਆਪਾਂ ਸਮਾਜ ਦੇ ਵਿੱਚ ਰਹਿਣਾ ਤਾਂ ਆਪਾਂ ਆਪਦੇ ਜ਼ਿਕਰ ਮਤਲਬ ਰੱਖੀਏ। ਜੀ ਤਾਂ ਜਿਵੇਂ ਤੁਸੀਂ ਕਿਹਾ ਵੀ ਆਪਾਂ ਫੂਕ ਮਾਰ ਕੇ ਜਿਹੜੀ ਮੋਮਬੱਤੀ ਤਾਂ ਬੁਝਾ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਅੱਗ ਹੁੰਦੀ ਹੈ। ਜਦੋਂ ਆਪਾਂ ਅੱਗ ਨੂੰ ਫੂਕ ਮਾਰ ਕੇ ਬੁਝਾਉਂਦੇ ਹਾਂ ਤਾਂ ਉਹ ਬੁਝ ਜਾਂਦੀ ਹੈ, ਉਸ ਤੋਂ ਬਾਅਦ ਉਹਦੇ ਵਿੱਚ ਕੁਝ ਨਹੀਂ ਰਹਿੰਦਾ। ਨਾ ਆਪਾਂ ਇਹ ਕਹਿ ਸਕਦੇ ਵੀ ਉਹਦੀ ਕੋਈ ਖੁਸ਼ਬੂ ਆਉਂਦੀ ਆ, ਨਾ ਹੀ ਆਪਾਂ ਇਹ ਕਹਿ ਸਕਦੇ ਵੀ ਜਦੋਂ ਅੱਗ ਬਲਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਬੁਝ ਜਾਂਦੀ ਤਾਂ ਇਕੱਲੀ ਰਾਖ ਮਿਲਦੀ ਆ ਆਪਾਂ ਨੂੰ, ਉਹ ਵੀ ਜੇਕਰ ਵੱਧ ਅੱਗ ਹੋਵੇ। ਤਾਂ ਜਿਵੇਂ ਤੁਸੀਂ ਅਗਰਬੱਤੀ ਦੀ ਗੱਲ ਕੀਤੀ ਵੀ ਜਦੋਂ ਉਸ ਨੂੰ ਆਪਾਂ ਬਾਲਦੇ ਤਾਂ ਉਸ ਤੋਂ ਬਾਅਦ ਉਹਦੀ ਮਹਿਕ ਕਾਫੀ ਚਿਰ ਤੱਕ ਰਹਿੰਦੀ ਹੈ। ਉਸੇ ਤਰ੍ਹਾਂ ਹੀ ਆ ਆਪਾਂ ਜੇਕਰ ਚੰਗੇ ਕੰਮ ਕਰਾਂਗੇ, ਚੰਗੀ ਜਿਹੜੀ ਆਪਾਂ ਅਗਰਬੱਤੀ ਵਾਂਗ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਮਹਿਕ ਆ ਉਹ ਸਮਾਜ ਦੇ ਵਿੱਚ ਆਉਂਦੀ ਰਹਿੰਦੀ ਹੈ, ਪਤਾ ਲੱਗਦਾ ਰਹਿੰਦਾ ਵੀ ਸਮਾਜ ਦੇ ਵਿੱਚ ਆ ਵੀ ਲੋਕ ਰਹਿੰਦੇ ਆ। ਪਰ ਜੇਕਰ ਮੋਮਬੱਤੀ ਵਾਂਗ ਆਪਾਂ ਜਲਦੀ ਰਵਾਂਗੇ, ਕਿਸੇ ਨੂੰ ਦੇਖ ਕੇ ਹਮੇਸ਼ਾ ਹੀ ਦੇਖਦੇ ਰਵਾਂਗੇ ਵੀ ਯਾਰ ਆ ਤਾਂ ਇੰਨੀ ਅੱਗੇ ਪਹੁੰਚ ਗਿਆ, ਯਾਰ ਆ ਤਾਂ ਅੱਜ ਇੱਥੇ ਹੋ ਗਿਆ, ਕੱਲ੍ਹ ਇਹ ਇੱਥੇ ਸੀ, ਕਿਉਂਕਿ ਉਹਨਾਂ ਦਾ ਆਪਦਾ ਕੰਮ ਕਰ ਰਿਹਾ ਉਹ ਤਾਂ ਵੱਧ ਰਿਹਾ, ਪਰ ਤੁਸੀਂ ਉਹਨੂੰ ਦੇਖ ਕੇ ਪਿੱਛੇ ਹੋਰ ਜਾ ਰਹੇ ਹੋ, ਕਿਉਂਕਿ ਕੱਲ੍ਹ ਤੁਸੀਂ ਉਹਦੇ ਬਾਰੇ ਇਹ ਸੋਚਿਆ ਸੀ, ਅੱਜ ਉਹ ਹੋਰ ਵੱਧ ਗਿਆ, ਅੱਜ ਤੁਸੀਂ ਉਹਦੇ ਬਾਰੇ ਹੋਰ ਮਾੜਾ ਸੋਚ ਲਿਆ, ਤੇ ਕੱਲ੍ਹ ਨੂੰ ਹੋ ਸਕਦਾ ਜੇ ਤਰੱਕੀ ਕਰ ਜੇ ਤੁਸੀਂ ਉਹਦੇ ਬਾਰੇ ਹੋਰ ਮਾੜਾ ਸੋਚ ਲਓ। ਸੋ ਇਹਦੇ ਨਾਲੋਂ ਚੰਗਾ ਆਪਾਂ ਨੂੰ ਚੰਗੇ ਸਮਾਜ ਦੇ ਵਿੱਚ ਚੰਗੀ ਸੇਧ ਲੈਣੀ ਚਾਹੀਦੀ ਹੈ। ਜੇਕਰ ਆਪਣੀ ਮਾਨਸਿਕ ਤੌਰ ਤੇ ਆਪਾਂ ਨੂੰ ਲੱਗਦਾ ਵੀ ਆਪਾਂ ਕਮਜ਼ੋਰ ਆ, ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਪਦੇ ਤੇ ਕੰਮ ਕਰਨਾ ਚਾਹੀਦਾ। ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਕਿੱਥੇ ਤੱਕ ਪਹੁੰਚ ਗਏ ਹਾਂ ਤੇ ਕਿੱਥੇ ਤੱਕ ਆਪਾਂ ਨੂੰ ਪਹੁੰਚਣ ਦੀ ਲੋੜ ਹੈ। ਆਪਣੇ ਬਾਰੇ ਜਾਣਨਾ ਹੀ ਸਭ ਅਕਲੀਮੰਦੀਆਂ ਦੀ ਸ਼ੁਰੂਆਤ ਹੈ। ਵੀ ਕਈ ਵਾਰੀ ਕੀ ਹੁੰਦਾ ਨਾ ਅਰਸ਼ ਜੀ, ਆਪਾਂ ਦੂਜਿਆਂ ਨੂੰ ਜਾਣਨ ਲੱਗ ਜਾਂਦੇ ਹਾਂ, ਜਾਂ ਨਾ ਇੱਕ ਵਾਰੀ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ, ਆਪਾਂ ਖਾਸ ਤੌਰ 'ਤੇ ਪੰਜਾਬੀ ਜਦੋਂ ਲੋਕ ਮਿਲਦੇ ਆ ਇੱਕ ਦੂਜੇ ਨੂੰ, ਤਾਂ ਜਦੋਂ ਉਹਨੂੰ ਮਿਲ ਕੇ ਚਲੇ ਜਾਂਦੇ ਆ, ਜੇਕਰ ਆਪਣੀ ਮੁਲਾਕਾਤ 5 ਮਿੰਟ ਹੋਈ ਆ, 10 ਮਿੰਟ ਹੋਈ ਆ ਜਾਂ 15 ਮਿੰਟ ਹੋਈ ਆ, ਤੇ ਉਸ ਮੁਲਾਕਾਤ ਤੋਂ ਬਾਅਦ ਆਪਾਂ ਜਦੋਂ ਆਪਦੇ ਯਾਰਾਂ ਬੇਲੀਆਂ ਨਾਲ ਜਾਂ ਘਰ ਪਰਿਵਾਰ ਦੇ ਨਾਲ ਬਹਿ ਕੇ ਗੱਲਬਾਤ ਕਰਦੇ ਆ ਵੀ ਬਾਅਦ ਜੋ ਉਹਨੂੰ ਮਿਲਿਆ ਹੈ ਨਾ, ਵੀ ਸਾਡਾ ਰਿਸ਼ਤੇਦਾਰ ਸੀ ਜਾਂ ਮੈਂ ਨਵੇਂ ਕਿਸੇ ਲੋਕ ਨੂੰ ਮਿਲਿਆ, ਤਾਂ ਆਪਾਂ ਉਹਦੇ ਬਾਰੇ ਉਹ 10-15 ਮਿੰਟਾਂ ਵਿੱਚੋਂ ਕਾਫੀ ਜੱਜਮੈਂਟ ਲਾਉਣ ਲੱਗ ਜਾਂਦੇ ਵੀ ਇਹ ਬੰਦਾ ਕਿਵੇਂ ਦਾ ਹੋਊ। ਹਾਲਾਂਕਿ ਆਪਾਂ ਉਹਨੂੰ ਪਹਿਲੀ ਵਾਰੀ ਮਿਲੇ ਆ ਤੇ 15 ਮਿੰਟਾਂ 'ਚ ਮੈਨੂੰ ਨਹੀਂ ਲੱਗਦਾ ਵੀ ਆਪਾਂ ਕਿਸੇ ਨੂੰ ਇੰਨੀ ਜਲਦੀ ਆਪਾਂ ਉਹਨੂੰ ਸਮਝ ਲਾਂਗੇ ਜਾਂ ਇੰਨੀ ਜਲਦੀ ਆਪਣੀ ਜਿਹੜੀ ਅਕਲ ਹੈ
ਕਈ ਵਾਰੀ ਕੀ ਹੁੰਦਾ ਨਾ ਅਸੀਂ ਜਦੋਂ ਆਪਣੀ ਅਕਲ ਹੁੰਦੀ ਹੈ, ਜਿਹੜੀ ਆਪਣੀ ਅਕਲਮੰਦੀ ਹੈ, ਉਹ ਵੀ ਉਹਦੇ ਬਰਾਬਰ ਦੀ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਸਮਝ ਰਹੇ ਹਾਂ। ਹੋ ਸਕਦਾ ਉਹ ਆਪਣੇ ਨਾਲੋਂ ਜ਼ਿਆਦਾ ਅਕਲਮੰਦ ਹੋਵੇ, ਹੋ ਸਕਦਾ ਵੀ ਉਹਦੀ ਅਕਲ ਇੰਨੀ ਕੁ ਜ਼ਿਆਦਾ ਹੋਵੇ ਵੀ ਜਿੰਨੀ ਬਿਹੇਵੀਅਰ ਤੁਹਾਡੇ ਨਾਲ ਕਰ ਰਿਹਾ ਉਹ ਉਹਦਾ ਸਟਾਰਟਿੰਗ ਬਿਹੇਵੀਅਰ ਹੋਵੇ, ਹੋ ਸਕਦਾ ਉਦੋਂ ਵਧੀਆ ਵੀ ਹੋਵੇ ਉਹਦਾ। ਕਿਉਂਕਿ ਜਿਹੜਾ ਕਈ ਵਿਅਕਤੀ ਕੀ ਹੁੰਦੇ ਆ, ਉਹ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਨਾ, ਉਹ ਤੁਹਾਡੇ ਵਰਗੇ ਹੋ ਜਾਂਦੇ ਆ ਵੀ ਜੇਕਰ ਉਹਨੂੰ ਲੱਗਦਾ ਵੀ ਇਹਦਾ IQ ਇੰਨਾ ਕਾ ਤਾਂ ਉਹਨੇ ਕ IQ ਦੀ ਗੱਲ ਹੀ ਕਰਦੇ ਆ। ਉਹ ਫਿਰ ਫੜਾ ਨਹੀਂ ਨਾ ਮਾਰਦੇ ਵੀ ਅੱਜ ਕੱਲ੍ਹ ਮੈਨੂੰ ਕੋਲ ਇੰਨਾ IQ ਜਾਂ ਮੈਨੂੰ ਇੰਨਾ ਆਉਂਦਾ, ਤੇ ਆਪਾਂ ਫਿਰ ਜੱਜਮੈਂਟ ਵੀ ਉਹਦੇ ਹਿਸਾਬ ਨਾਲ ਲਾ ਲੈਂਦੇ ਆ ਵੀ ਇਹਦਾ ਤਾਂ ਇੰਨਾ IQ ਜਾਂ ਇਹ ਇੰਨੀ ਕੀ ਗੱਲ ਕਰ ਸਕਦਾ, ਇਸ ਤੋਂ ਵੱਡੀ ਉਹ ਗੱਲ ਨਹੀਂ ਕਰ ਸਕਦਾ। ਫਿਰ ਉਹ ਜਿਹੜੀ ਆਪਾਂ ਜੱਜਮੈਂਟ ਉਹ ਆਪਣੀ ਗਲਤ ਸਾਬਤ ਹੁੰਦੀ ਹੈ, ਕਿਉਂਕਿ ਕਈ ਵਾਰੀ ਜਦੋਂ ਆਪਾਂ ਨੂੰ ਦੂਰੀ ਵਾਰੀ ਮਿਲਦੇ ਆ ਜਾਂ ਕਾਫੀ ਸਮੇਂ ਤੋਂ ਬਾਅਦ ਉਹਨਾਂ ਨਾਲ ਆਪਣਾ ਬਹਿਣਾ ਉੱਠਣਾ ਹੁੰਦਾ, ਕਾਫੀ ਸਮੇਂ ਉਹਨਾਂ ਨਾਲ ਵਰਤਦੇ ਆ, ਅਸਲ ਦੇ ਵਿੱਚ ਉਦੋਂ ਪਤਾ ਲੱਗਦਾ ਫਿਰ ਜਦੋਂ ਆਪਾਂ ਨੂੰ ਹੌਲੀ ਹੌਲੀ ਉਹ ਬੰਦੇ ਨੂੰ ਆਪਾਂ ਸਮਝਣ ਲੱਗਦੇ ਆ, ਫਿਰ ਆਪਣੀ ਜਿਹੜੀ ਪਹਿਲਾਂ ਵਾਲੀ ਜੱਜਮੈਂਟ ਆ ਉਹ ਬਦਲ ਜਾਂਦੀ ਹੈ। ਉਹ ਐ ਬਦਲ ਜਾਂਦੀ ਹੈ ਵੀ ਆਪਾਂ ਇਹਦੇ ਬਾਰੇ ਤਾਂ ਇਹ ਸੋਚਿਆ ਸੀ ਇਹ ਕਰਨਾ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਚਾਹੀਦਾ, ਪਹਿਲਾਂ ਤਾਂ ਆਪਾਂ ਨੂੰ ਆਪਦੇ ਆਪ ਵਿੱਚ ਸੁਧਾਰ ਲਿਆਉਣਾ ਚਾਹੀਦਾ, ਆਪਣੀਆਂ ਅਕਲਮੰਦੀਆਂ ਦੀ ਸ਼ੁਰੂਆਤ ਕਰਨੀ ਚਾਹੀਦੀ ਵੀ ਆਪਾਂ ਕਿੰਨੇ ਕੁ ਸਹੀ ਆ। ਆਪਾਂ ਦੂਜੇ ਨੂੰ ਜੱਜ ਕਰ ਰਹੇ ਆ, ਆਪਾਂ ਆਪ ਕਿੰਨੇ ਕੁ ਉਸ ਜੱਜਮੈਂਟ ਤੇ ਸਹੀ ਜਾ ਰਹੇ ਆ। ਆਪਣੇ 'ਚ ਉਨੀ ਅਕਲ ਹੈਗੀ ਆ ਵੀ ਆਪਾਂ ਉਹ ਬੰਦੇ ਨੂੰ ਜੱਜ ਕਰ ਸਕੀਏ, ਆਪਾਂ ਉਨੇ ਕੁ ਕਾਬਲ ਹੈਗੇ ਆ ਵੀ ਆਪਾਂ ਕਿਸੇ ਨੂੰ ਜੱਜ ਕਰਨ ਦੇ। ਇੱਕ ਨਾ ਅਰਜੀ ਇਹ ਵੱਡਾ ਸਵਾਲ ਹੈ ਵੀ ਤੁਸੀਂ ਕਿਸੇ ਨੂੰ ਜੱਜ ਕਰਦੇ ਹੋ। ਜੱਜਮੈਂਟ ਕਰਨੀ ਕੋਈ ਸੌਖੀ ਨਹੀਂ, ਕਿਸੇ ਦਾ ਬਿਹੇਵੀਅਰ, ਕਿਸੇ ਦੀ ਔਕਾਤ। ਆਪਾਂ ਕਈ ਵਾਰੀ ਨਾ ਆਮ ਬੰਦੇ ਨੂੰ ਇਹ ਕਹਿ ਦਿੰਦੇ ਵੀ ਇਹਦੀ ਕੀ ਔਕਾਤ ਹੋਊਗੀ, ਕਿਉਂਕਿ ਕਈ ਵਾਰੀ ਆਮ ਸਧਾਰਨ ਵਿਅਕਤੀ ਵੀ ਇਹੋ ਜਿਹਾ ਹੁੰਦਾ ਵੀ ਜਦੋਂ ਦੀ ਔਕਾਤ ਪਤਾ ਲੱਗਦੀ ਹੈ ਤੇ ਵੱਡੇ ਵੀ ਲੱਗ ਜਾਂਦੇ ਆ। ਸੋ ਆਪਾਂ ਨੂੰ ਕੀ ਕਰਨਾ ਚਾਹੀਦਾ, ਹਮੇਸ਼ਾ ਕਿਸੇ ਦੀ ਔਕਾਤ ਨਹੀਂ ਦੇਖਣੀ ਚਾਹੀਦੀ ਵੀ ਉਹ ਰਹਿਣ ਸਹਿਣ ਉਹਦਾ ਕਿਵੇਂ ਦਾ, ਕਿਉਂਕਿ ਕਈ ਵਾਰੀ ਆਮ ਸਧਾਰਨ ਬੰਦਾ ਵੀ ਕਾਫੀ ਆਪਾਂ ਕਹਿ ਸਕਦੇ ਆ ਰਿਚ ਪਰਸਨ ਹੋ ਸਕਦਾ ਜਾਂ ਕਾਫੀ ਜਿਹੜਾ ਤਗੜਾ ਬੰਦਾ ਹੋ ਸਕਦਾ। ਸੋ ਆਪਾਂ ਨੂੰ ਪਹਿਲਾਂ ਤਾਂ ਆਪਦੇ ਤੇ ਕੰਮ ਕਰਨਾ ਚਾਹੀਦਾ ਵੀ ਆਪਾਂ ਕਿੱਥੇ ਸਟੈਂਡ ਕਰਦੇ ਆ, ਆਪਣੀ ਸੋਚਣ ਸ਼ਕਤੀ ਕਿੱਥੇ ਸਟੈਂਡ ਕਰਦੀ ਆ। ਹਾਂ, ਜਦੋਂ ਤੁਸੀਂ ਇੱਕ ਸਟੈਂਡ ਕਰਦੇ ਹੋ, ਇੱਕ ਲੈਵਲ ਤੁਹਾਡਾ IQ ਲੈਵਲ ਹੈਗਾ, ਫਿਰ ਤੁਸੀਂ ਆਪਦੀ ਬਾਰੇ ਜੱਜਮੈਂਟ ਕਿਸੇ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਦੀ ਜੱਜਮੈਂਟ ਬਾਰੇ ਤੁਸੀਂ ਦੱਸ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਦੀਆਂ ਅਕਲਮੰਦੀਆਂ ਦੇ ਕੰਮ ਕਰਨਾ ਚਾਹੀਦਾ। ਜੇਕਰ ਆਪਦੀਆਂ ਅਕਲਮੰਦੀਆਂ ਦੀ ਸ਼ੁਰੂਆਤ ਕਰਾਂਗੇ ਤਾਂ ਹੀ ਆਪਾਂ ਕਿਸੇ ਬਾਰੇ ਚੰਗੀ ਤਰ੍ਹਾਂ ਇੱਕ ਚੰਗੇ ਮੈਟਰ ਦੇ ਨਾਲ ਉਹਦੇ ਤੇ ਆਪਾਂ ਵਿਚਾਰ ਕਰ ਸਕਦੇ ਆ। ਨਹੀਂ ਤਾਂ ਜੇ ਆਪਾਂ ਗੱਲਾਂ ਕਰਨੀਆਂ, ਹੁਣ ਤਾਂ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਕਈ ਲੋਕ ਜਿਵੇਂ ਪਿੰਡਾਂ ਦੇ ਵਿੱਚ ਦੇਖਦੇ ਆ ਜਿਹੜੇ ਦੂਜਿਆਂ ਬਾਰੇ ਚਰਚਾ ਕਰਦੇ ਨੇ, ਆਪ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ, ਪਰ ਲੋਕਾਂ ਬਾਰੇ ਚਰਚਾ ਕਰਨ ਲੱਗੇ ਵੱਡੇ ਵੱਡੇ ਅੱਖਰ, ਵੱਡੀਆਂ ਗੱਲਾਂ ਲੈ ਕੇ ਆਉਂਦੇ ਨੇ, ਆਹ ਤਾਂ ਐਂ ਕਰਦਾ, ਆਹ ਤਾਂ ਐਂ ਕਰਦਾ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਆਪਣੇ ਤੋਂ ਕਰੀਏ। ਜੇਕਰ ਆਪਾਂ ਆਪਣਾ ਆਪ ਸੁਧਾਰਾਂਗੇ ਫਿਰ ਹੀ ਆਪਾਂ ਕਿਸੇ ਵੱਲ ਧਿਆਨ ਦੇ ਸਕਦੇ ਹਾਂ। ਦੇਖੋ ਜੀ, ਗੱਲ ਕਰੀਏ ਹਰਿਆਲੀ ਦੀ, ਤੇ ਜਿਹੜਾ ਪੰਜਾਬ ਆ ਉਹ ਇੱਕ ਹਰਿਆਲੀ ਕਰਕੇ ਜਾਣਿਆ ਜਾਂਦਾ ਸੀ, ਕਿਉਂਕਿ ਪੰਜਾਬ ਵਿੱਚ ਕੀ ਹਰਿਆਲੀ ਬਹੁਤ ਜ਼ਿਆਦਾ ਹੁੰਦੀ ਸੀਗੀ। ਤੇ ਜਦੋਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੈਗਾ, ਉਵੇਂ ਜਿਹੜੀ ਹਰਿਆਲੀ ਘਟਦੀ ਗਈ ਹੈ, ਕਿਉਂਕਿ ਕੀ ਆ ਜਿਹੜੇ ਕਿਸਾਨ ਹੈ ਉਹਨਾਂ ਨੂੰ ਖੇਤਾਂ ਵਿੱਚ ਦਿੱਕਤ ਆਉਂਦੀ ਸੀਗੀ, ਤਾਂ ਉਹਨਾਂ ਨੇ ਦਰਖਤ ਕੱਟ ਤੇ, ਜਾਂ ਕੀ ਆ ਅਸੀਂ ਜਦੋਂ ਰੋਡ ਖੁੱਲਾ ਕਰਦੇ ਆ ਤੇ ਜਿਹੜੇ ਸਾਈਡਾਂ ਤੇ ਦਰਖਤ ਲੱਗੇ ਹੁੰਦੇ ਆ ਉਹ ਕੱਟ ਦਿੱਤੇ ਜਾਂਦੇ ਆ, ਜਿਹਦੇ ਨਾਲ ਕੀ ਆ ਬਹੁਤ ਜ਼ਿਆਦਾ ਜਿਹੜਾ ਹਰਿਆਲੀ ਆ ਉਹ ਘਟ ਚੁੱਕੀ ਹੈਗੀ ਜੀ। ਫਰੀਦਕੋਟ ਵਿੱਚ 1951 ਵਿੱਚ ਜਿਹੜੀ ਫਰੀਦਕੋਟ ਦੀ ਰਿਆਸਤ ਦਾ ਜੰਗਲੀ ਏਰੀਆ ਸੀਗਾ, ਉਹ ਕੀ ਆ ਉਹਨਾਂ ਦੇ ਰਾਜਾ ਸੀਗੇ ਜਿਹੜੇ ਹਰਿੰਦਰ ਸਿੰਘ, ਉਹਨਾਂ ਨੇ ਇੱਕ ਪਾਸਾ ਫੌਜ ਨੂੰ ਦਿੱਤਾ ਸੀ ਤੇ ਜਿਹੜਾ ਦੂਜਾ ਪਾਸਾ ਉਹਦੇ ਵਿੱਚ ਉਹਨਾਂ ਨੇ ਇੱਕ ਦੁਰਲੱਭ ਪੰਛੀ ਜਿਹੜੇ ਛੱਡਤੇ ਸੀਗੇ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਜਿਹੜੇ ਉੱਥੋਂ ਦੇ ਦਰਖਤ ਸੀਗੇ ਉਹ ਵੱਢੇ ਗਏ ਆ ਤੇ ਜਿਹੜੇ ਪੰਛੀ ਆ ਉਹਨਾਂ ਦੇ ਨਾਲ ਉਹ ਵੀ ਖਤਮ ਹੋਣੇ ਸ਼ੁਰੂ ਹੋ ਗਏ ਆ, ਤੇ ਉਹਨਾਂ ਨੇ ਬਾਕੀ ਸਾਰਾ ਹਿੱਸਾ ਉਹ ਸ਼ਾਹੀ ਟਰਸਟ ਦੇ ਅੰਡਰ ਆ ਗਿਆ ਸੀਗਾ। ਤੇ ਹੁਣ ਸ਼ਾਹੀ ਟਰਸਟ ਨੇ ਕੀ ਹੈ ਇੱਕ ਉਪਰਾਲਾ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ 10,000 ਜਿਹੜੇ ਦਰਖਤ ਆ ਉਹ ਲਗਾਏ ਸੀਗੇ, ਜਿਹਦੇ ਵਿੱਚ ਬਹੁਤ ਸਾਰੇ ਕੀਮਤੀ ਟਾਹਲੀਆਂ ਵੀ ਸੀ ਤੇ ਹੋਰ ਰੁੱਖ ਵੀ ਜਿਹੜੇ ਸ਼ਾਮਿਲ ਸੀਗੇ ਜੀ। ਪਰ ਕੀ ਹੈ ਸਮੇਂ ਦੇ ਬੀਤਣ ਨਾਲ ਕੀ ਹੈ ਜਿਹੜੇ ਉਹ ਸਾਰਾ ਏਰੀਆ ਸੀਗਾ ਉਹਨਾਂ ਦਰਖਤਾਂ ਨੂੰ ਕੀ ਹੈ ਪਾਣੀ ਨਹੀਂ ਪੈ ਸਕਿਆ, ਜਾਂ ਉਹਨਾਂ ਦੀ ਕੀ ਹੈ ਸੰਭਾਲ ਨਹੀਂ ਹੋ ਸਕੀ, ਤਾਂ ਉਹ ਵੱਧ ਫੁੱਲ ਨਹੀਂ ਸਕੇਗੇ, ਤਾਂ ਉਹਨਾਂ ਨੂੰ ਕੀ ਹੈ ਲੋਕਾਂ ਨੇ ਵੱਢ ਲਿਆਗਾ ਤੇ ਉਹ ਸਾਰੀ ਜਗ੍ਹਾ ਉਹ ਬੇਆਬਾਦ ਹੋ ਗਈ ਹੈ। ਤਾਂ ਉੱਥੇ ਕੀ ਹੈਗਾ ਹੁਣ ਜਿਹੜਾ ਸ਼ਾਹੀ ਟਰਸਟ ਹੈ ਉਹਨਾਂ ਦਾ ਪੂਰਾ ਕਬਜ਼ਾ ਹੋ ਗਿਆ ਸੀਗਾ, ਤੇ ਉਹੀ ਜਿਹੜੇ ਰਾਜੇ ਦੀ ਰਿਆਸਤ ਸੀਗੀ ਜਾਂ ਕਿ ਉਹਨਾਂ ਦਾ ਸ਼ਾਹੀ ਪਰਿਵਾਰ ਸੀਗਾ, ਉਹਨਾਂ ਵੱਲੋਂ ਇਹਦੇ ਵੱਲ ਕੀ ਹੈ ਵਿਵਾਦ ਸ਼ੁਰੂ ਕੀਤਾ ਗਿਆ ਹੈਗਾ, ਤੇ ਹੁਣ ਉਹ ਕੀ ਹੈ ਜਿਹੜੀ ਸਾਰੀ ਜ਼ਮੀਨ ਆ ਉਹ ਵਿਵਾਦਾਂ ਵਿੱਚ ਘਿਰ ਗਈ ਹੈ ਜੀ। ਜਦੋਂ ਦਾ ਏਰੀਆ ਵਿਵਾਦਾਂ ਵਿੱਚ ਘਿਰਿਆ ਹੋਇਆ ਤਾਂ ਉਦੋਂ ਕੀ ਹੈ ਇੱਕ ਕੋਰਟ ਨੇ ਫੈਸਲਾ ਸੁਣਾਇਆ ਸੀ, ਜਿਹੜੀ ਇਹ ਸਾਰੀ ਜਗ੍ਹਾ ਇਹ ਫੌਜ ਦੇ ਹਵਾਲੇ ਕਰਤੀ ਸੀ, ਤਾਂ ਉਦੋਂ ਤੋਂ ਕੀ ਹੈ ਫੌਜ ਨੇ ਇਹਦੀ ਕੇਅਰ ਕਰਨੀ ਸ਼ੁਰੂ ਕਰਤੀ ਸੀਗੀ। ਤਾਂ ਹੁਣ ਜਿਹੜਾ ਇਹ 4200 ਏਕੜ ਰਕਬਾ ਹੈ ਇਹਦੀ ਕੀ ਹੈ ਦੁਬਾਰੀ ਤੋਂ ਸ਼ਾਨ ਬਹਾਲੀ ਵਾਸਤੇ ਕੀ ਇੱਕ ਆਸ ਵੱਜੀ ਹੈ, ਜਿੱਥੇ ਫੌਜ ਦੁਆਰਾ ਕੀ ਹੈ ਇੱਕ ਪੂਰਾ ਜੰਗਲ ਲਗਾਇਆ ਜਾਊਗਾ, ਦਰਖਤ ਲਗਾਏ ਜਾਣਗੇ, ਜਿਹੜੀ ਹਰਿਆਲੀ ਉਹ ਵਾਪਸ ਲਿਆਂਦੀ ਜਾਊਗੀ। ਦੇਖੋ ਜੀ, ਜਿਸ ਹਿਸਾਬ ਦੇ ਨਾਲ ਫਰੀਦਕੋਟ ਦੀ ਰਿਆਸਤ ਦੇ ਰਾਜਿਆਂ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਸੀ, ਚਾਹੇ ਉਹ ਹਰਿਆਲੀ ਨੂੰ ਲੈ ਕੇ ਆ, ਚਾਹੇ ਉਹਨਾਂ ਨੇ ਜਗ੍ਹਾ ਫੌਜ ਨੂੰ ਦਿੱਤੀ ਸੀ ਉਹਨਾਂ ਦੀ ਵਰਤਣ ਦੇ ਲਈ, ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ, ਜਿਵੇਂ ਤੁਸੀਂ ਦੱਸਿਆ ਵੀ ਇਸ ਤੇ ਕਾਫੀ ਵਿਵਾਦ ਖੜੇ ਹੋ ਗਏ ਸੀ, ਤਾਂ ਹੁਣ ਜਿਹੜੀ ਇਹ ਫੌਜ ਦੇ ਹਵਾਲੇ ਕਰ ਦਿੱਤੀ ਗਈ ਹੈ।
ਤਾਂ ਫੌਜ ਵੱਲੋਂ ਚੰਗੀ ਗੱਲ ਆ, ਪਹਿਲ ਕਦਮੀ ਕੀਤੀ ਗਈ ਹੈ, ਕਿਉਂਕਿ ਆਪਾਂ ਜਿਵੇਂ ਜਿਵੇਂ ਦੇਖਦੇ ਆ ਪੰਜਾਬ ਦੇ ਵਿੱਚ ਦਰਖਤਾਂ ਨੂੰ ਕੱਟਣ ਦਾ ਦੌਰ ਜਿਹੜਾ ਸ਼ੁਰੂ ਹੋ ਚੁੱਕਿਆ ਜੀ। ਚਾਹੇ ਮੈਂ ਕਹਿਣਾ ਸ਼ੁਰੂ ਹੋ ਚੁੱਕਿਆ, ਚਾਹੇ ਹੁਣ ਖਤਮ ਹੋਣ ਦੀ ਤਦਾਰ ਤੇ ਆ ਗਏ ਨੇ ਦਰਖਤ, ਤਾਂ ਕਿਤੇ ਨਾ ਕਿਤੇ ਆਕਸੀਜਨ ਨੂੰ ਲੈ ਕੇ ਵੀ ਜਿਹੜੀ ਕਾਫੀ ਆਪਾਂ ਨੂੰ ਘਾਟ ਰੜਕਦੀ ਹੈ। ਜਿਵੇਂ ਆਪਾਂ ਦੇਖਿਆ ਸੀ ਕਰੋਨਾ ਮਹਾਮਾਰੀ ਦੇ ਵਿੱਚ ਆਕਸੀਜਨ ਦੀ ਘਾਟ ਦੇ ਨਾਲ ਆਪਾਂ ਨੂੰ ਕਿੰਨਾ ਜੂਝਣਾ ਪਿਆ ਸੀ, ਕਿੰਨੇ ਸਿਲੰਡਰ ਜਿਹੜੇ ਮੁੱਲ ਦੇ ਲੈਣ ਦਿੱਤੇ ਗਏ ਸੀ, ਤਾਂ ਲੋਕਾਂ ਨੇ ਇੱਕੋ ਬਿਜ਼ਨਸ ਬਣਾ ਲਿਆ ਸੀਗਾ ਵੀ ਜਿਹੜੀ ਆਪਾਂ ਕੁਦਰਤੀਆਂ ਚੀਜ਼ਾਂ ਨੂੰ ਵੀ ਹੁਣ ਬਿਜ਼ਨਸ ਬਣਾਉਣ ਲੱਗ ਪਏ ਆ। ਪਰ ਹੁਣ ਜੇਕਰ ਇਸ ਦੀ ਗੱਲ ਕਰੀਏ ਤਾਂ ਇਸ ਤੇ ਫੌਜ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਚੰਗੀ ਗੱਲ ਆ, ਕਿਉਂਕਿ ਪੰਜਾਬ ਦੇ ਵਿੱਚ ਹਰਿਆਲੀ ਦੀ ਸਾਨੂੰ ਲੋੜ ਹੈ। ਸਾਨੂੰ ਲੋੜ ਆ ਵੀ ਜਿਸ ਹਿਸਾਬ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਪੋਲਿਊਸ਼ਨ ਵੱਧ ਰਿਹਾ, ਜਿਸ ਹਿਸਾਬ ਦੇ ਨਾਲ ਹਵਾਵਾਂ ਗੰਦਲੀਆਂ ਹੋ ਗਈਆਂ ਨੇ, ਜਿਸ ਹਿਸਾਬ ਦੇ ਨਾਲ ਪੰਜਾਬ ਦੇ ਪਾਣੀ ਥੱਲੇ ਹੋ ਗਏ ਨੇ, ਤਾਂ ਸਾਨੂੰ ਦਰਖਤ ਲਾਉਣੇ ਪੈਣਗੇ, ਸਾਨੂੰ ਹਰਿਆਲੀ ਵਾਪਸ ਲਿਆਉਣੀ ਪਊਗੀ। ਕਿਉਂਕਿ ਆਪਾਂ ਦੇਖਦੇ ਆ ਜੇਕਰ ਸਰਕਾਰ ਵੱਲੋਂ ਕੋਈ ਰੋਡ ਬਣਾਇਆ ਜਾਂਦਾ ਤਾਂ ਬਹੁਤ ਜ਼ਿਆਦਾ ਕਤਲੇਆਮ ਦਰਖਤਾਂ ਦਾ ਕੀਤਾ ਜਾਂਦਾ। ਫਿਰ ਚਾਹੇ ਉਹ ਮੈਂ ਗੱਲ ਆਪਣੇ ਬਠਿੰਡਾ ਮਾਰਗ ਦੀ ਕਰ ਲਾਂ, ਜਦੋਂ ਬਠਿੰਡਾ ਹਾਈਵੇ ਬਣਿਆ ਸੀ, ਚਾਹੇ ਮੈਂ ਗੱਲ ਕਰ ਲਾਂ ਵੱਡੇ ਹਾਈਵੇ ਜਦੋਂ ਬਣਦੇ ਨੇ, ਤਾਂ ਜਿਹੜੇ ਸਾਈਡ ਤੇ ਦਰਖਤ ਹੁੰਦੇ ਨੇ, ਸੜਕ ਚੌੜੀ ਕਰਨੀ ਪੈਂਦੀ ਆਪਾਂ ਨੂੰ ਵੀ ਪਤਾ, ਤਾਂ ਉਦੋਂ ਜਿਹੜੇ ਦਰਖਤ ਕਾਫੀ ਵੱਢ ਦਿੱਤੇ ਜਾਂਦੇ ਨੇ, ਤੇ ਇਹਦੇ ਬਦਲਵੇਂ ਪ੍ਰਬੰਧ ਬਹੁਤ ਘੱਟ ਕੀਤੇ ਜਾਂਦੇ ਨੇ। ਰੋਡ ਦੇ ਵਿਚਾਲੇ ਆਪਾਂ ਦੇਖਦੇ ਆ ਇੱਕ ਫੁੱਟਪਾਥ ਬਣਾ ਕੇ ਉਹਦੇ ਤੇ ਦਰਖਤ ਲਾ ਦਿੱਤੇ ਜਾਂਦੇ ਨੇ, ਉਹਨਾਂ ਨੂੰ ਕੇਅਰ ਕੀਤੀ ਜਾਂਦੀ ਹੈ, ਪਰ ਕਾਫੀ ਕੇਅਰ ਜਿਹੜੀ ਨਹੀਂ ਕੀਤੀ ਜਾਂਦੀ, ਤਾਂ ਉਹਦੇ ਜਿਹੜੇ ਦਰਖਤ ਹੈ ਧੁੱਪ ਦੇ ਕਾਰਨ ਜਦੋਂ ਗਰਮੀ ਆਉਂਦੀ ਹੈ ਤਾਂ ਮੱਚ ਜਾਂਦੇ ਆ, ਕਿਉਂਕਿ ਪਾਣੀ ਟਾਈਮ ਸਿਰ ਨਹੀਂ ਮਿਲਦਾ। ਤਾਂ ਫਿਰ ਉਸ ਤਰ੍ਹਾਂ ਦੀ ਜਿਹੜੀ ਹਰਿਆਲੀ, ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਸੰਘਣੇ ਦਰਖਤ ਸੀਗੇ, ਹੁਣ ਤਾਂ ਸੜਕਾਂ ਤੇ ਧੁੱਪ ਆ, ਪਹਿਲਾਂ ਜਦੋਂ ਸੜਕਾਂ ਤੇ ਜਾਂਦੇ ਸੀ ਜਿਸ ਹਿਸਾਬ ਨਾਲ ਦਰਖਤ ਸੀ ਤਾਂ ਛਾਵਾਂ ਹੀ ਮਿਲਦੀਆਂ ਸੀਗੀਆਂ। ਸੋ ਸਾਨੂੰ ਇਹ ਲੋੜ ਵੀ ਹੈ, ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਹਰਿਆਲੀ ਘਟ ਰਹੀ ਹੈ, ਹਰਿਆਲੀ ਨੂੰ ਵਧਾਉਣ ਦੇ ਲਈ ਇਹੋ ਜਿਹੀਆਂ ਪਹਿਲ ਕਦਮੀਆਂ ਫੌਜ ਵੱਲੋਂ ਜੇਕਰ ਕੀਤੀਆਂ ਗਈਆਂ ਚੰਗੀ ਗੱਲ ਆ, ਸਾਨੂੰ ਵੀ ਲੋੜ ਹੈ। ਤਾਂ ਫੌਜ ਵੱਲੋਂ ਇਹ ਵੀ ਕਿਹਾ ਗਿਆ ਵੀ ਨਾਲ ਦੇ ਲੱਗਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਇਹ ਇੱਕ ਮੁਹਿੰਮ ਹੈ ਜੀ, ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਆ ਵੀ ਇਹ ਹਰਿਆਲੀ ਦੀ ਜਿਹੜੀ ਮੁਹਿੰਮ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਆ। ਪਿੰਡ ਦੇ ਲੋਕ, ਪਿੰਡ ਦੇ ਸਕੂਲਾਂ ਦੇ ਵਿਦਿਆਰਥੀ, ਸਕੂਲਾਂ ਦੇ ਅਧਿਆਪਕਾਂ ਵੱਲੋਂ ਇਸ ਵਿੱਚ ਯੋਗਦਾਨ ਪਾਇਆ ਜਾਊਗਾ। ਉਹਨਾਂ ਨੇ ਕਿਹਾ ਵੀ ਸਮੇਂ ਤੋਂ ਸਮੇਂ ਦੇ ਵਿੱਚ ਦਰਖਤ ਲਗਾਏ ਜਾਣਗੇ, ਇਹਨਾਂ ਦੀ ਕੇਅਰ ਕੀਤੀ ਜਾਊਗੀ ਫੌਜ ਵੱਲੋਂ ਵੀ ਤੇ ਪਿੰਡਾਂ ਦੇ ਲੋਕਾਂ ਵੱਲੋਂ ਵੀ, ਜੋ ਵੀ ਜਿਹੜੇ ਨਾਲ ਲੱਗਦੇ ਪਿੰਡ ਆ। ਚੰਗੀ ਗੱਲ ਆ, ਜਦੋਂ ਆਪਾਂ ਪੰਜਾਬ ਦੇ ਵਿੱਚ ਹਰਿਆਲੀ ਦੀ ਗੱਲ ਕਰਦੇ ਆ ਤਾਂ ਘਟਦੀ ਹਰਿਆਲੀ ਦੇ ਕਾਰਨ ਨਾਲ ਆਪਾਂ ਨੂੰ ਵੀ ਲੱਗਦਾ ਵੀ ਜਦੋਂ ਦਰਖਤ ਘਟ ਜਾਂਦੇ ਨੇ ਤਾਂ ਪੰਛੀ ਵੀ ਘਟ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਰਹਿਣ ਬਸੇਰਾ ਨਹੀਂ ਮਿਲਦਾ ਤੇ ਫਿਰ ਉਹ ਉੱਡ ਵੱਡ ਜਾਂਦੇ ਨੇ। ਤਾਂ ਕਈ ਵਾਰੀ ਕੀ ਹੁੰਦਾ, ਆਪਾਂ ਕਹਿ ਦਿੰਦੇ ਆ ਵੀ ਹੁਣ ਚਿੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਘਟ ਗਈਆਂ ਨੇ। ਸੋ ਹੁਣ ਜੇਕਰ ਹਰਿਆਲੀ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਸਾਰਿਆਂ ਨੂੰ ਚਾਹੀਦਾ ਵੀ ਇਸ ਦੇ ਵਿੱਚ ਯੋਗਦਾਨ ਪਾਈਏ, ਤੇ ਆਪਾਂ ਵੀ ਇਸ ਮਾਧਿਅਮ ਤੋਂ ਵੀ ਅਪੀਲ ਕਰਦੇ ਹਾਂ ਵੀ ਹਰੇਕ ਜੇਕਰ ਪੰਜਾਬ ਦੇ ਵਿੱਚ ਸਾਡਾ ਕੋਈ ਪ੍ਰੋਗਰਾਮ ਵਿਅਕਤੀ ਦੇਖਦਾ ਤਾਂ ਉਹਦੇ ਘਰ ਦੇ ਆਲੇ ਦੁਆਲੇ ਵੀ ਹਰਿਆਲੀ ਕਰੇ, ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਹਰਿਆਲੀ ਘਟਦੀ ਜਾਂਦੀ ਆ, ਦਰਖਤ ਘਟਦੀ ਜਾਂਦੀ ਹੈ, ਤਾਂ ਸਾਨੂੰ ਉਜਾਗਰ ਹੋਣ ਦੀ ਲੋੜ ਪਊਗੀ। ਸੋ ਜੇਕਰ ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ, ਕਣਕ ਤੇ ਝੋਨਾ, ਜਿਸ ਦੇ ਨਾਲ ਆਪਣਾ ਪੰਜਾਬ ਜਿਹੜਾ ਲਗਭਗ ਸਾਰਾ ਖੇਤੀ ਕਰਦਾ, ਤਾਂ ਜਿਵੇਂ ਕਣਕ ਦੀ ਇਸ ਵਾਰ ਪੈਦਾਵਾਰ ਹੋਈ ਹੈ, ਜਾਂ ਮੈਂ ਕਹਿ ਲਾਂ ਵੀ ਪਿਛਲੇ ਮੌਸਮ ਦਰਮਿਆਨ ਜਿਵੇਂ ਲੱਗਦਾ ਸੀ ਵੀ ਜਿਹੜੀ ਪੈਦਾਵਾਰ ਉਹ ਚੰਗੀ ਹੋਈ ਹੈ, ਤੇ ਜਿਸ ਹਿਸਾਬ ਦੇ ਨਾਲ ਆਪਾਂ ਨੂੰ ਲੱਗਿਆ ਸੀ ਵੀ ਚੀਨ ਦੇ ਵਿੱਚ, ਜਾਂ ਕਹਿ ਲਈਏ ਵੀ ਜਿਸ ਹਿਸਾਬ ਦੇ ਨਾਲ ਕਰੋਨਾ ਸੀ ਜਾਂ ਹੁਣ ਮਹਾਮਾਰੀ ਚੱਲੀ ਸੀ, ਜਿਸ ਹਿਸਾਬ ਦੇ ਨਾਲ ਭੁਚਾਲ ਆਏ ਆ, ਤਾਂ ਕਿਤੇ ਲੱਗਦਾ ਸੀ ਕਿਸਾਨਾਂ ਨੂੰ ਆਸ ਬੱਝੀ ਸੀ ਵੀ ਜਿਸ ਹਿਸਾਬ ਦੇ ਨਾਲ ਸਾਡੀ ਫਸਲ ਵਧੀ ਆ ਤਾਂ ਹੌਲੀ ਹੌਲੀ ਹੋ ਕੀ ਆ ਰੇਟ ਵੱਧ ਸਕਦੇ ਆ, ਕਿਉਂਕਿ ਜਿਹੜੀ ਕਣਕ ਦੀ ਹੁਣ ਲੋੜ ਪਊਗੀ, ਬਾਹਰਲੇ ਦੇਸ਼ਾਂ ਨੂੰ ਲੋੜ ਪਊ, ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਵੇਂ ਹੁਣ ਭੁਚਾਲ ਆਏ ਸੀਗੇ। ਤਾਂ ਹੁਣ ਕੀ ਹੋ ਰਿਹਾ, ਅਚਾਨਕ ਜਿਹੜਾ ਫਰਵਰੀ ਦੇ ਵਿੱਚ ਆਪਾਂ ਨੂੰ ਵੀ ਪਤਾ ਜਿਹੜਾ ਤਾਪਮਾਨ ਆ ਉਹ ਠੰਡਾ ਮਿੱਠਾ ਰਹਿੰਦਾ, ਪਰ ਹੁਣ ਕੀ ਹੋ ਰਿਹਾ, ਹੁਣ ਤਾਂ ਜਿਹੜਾ ਕਣਕ ਦਾ ਝਾੜ ਆ ਉਹ ਘੱਟ ਹੋਣ ਦੇ ਦਦਾਰ ਨੇ, ਕਿਉਂਕਿ ਜਿਸ ਹਿਸਾਬ ਦੇ ਨਾਲ ਦਿਨ ਦੇ ਵਿੱਚ ਇੰਨੀ ਜਿਹੜੀ ਗਰਮੀ ਆ ਉਹ ਪੈ ਰਹੀ ਆ, ਤੇ ਜਿਹੜੀ ਸ਼ਾਮ ਨੂੰ ਜਾਂ ਮੈਂ ਸੁਬਾਹ ਕਹਿਣਾ ਜਿਹੜੀ ਠੰਡ ਆ ਉਹ ਵੀ ਬਰਕਰਾਰ ਆ, ਉਸ ਦੇ ਨਾਲ ਕਿਤੇ ਨਾ ਕਿਤੇ ਝਾੜ ਤੇ ਜ਼ਰੂਰ ਫਰਕ ਪਊਗਾ। ਜੇਕਰ ਮੈਂ ਕਣਕ ਦੀ ਝਾੜ ਦੀ ਗੱਲ ਕਰਾਂ ਤਾਂ ਉਸ ਤੇ ਜ਼ਰੂਰ ਫਰਕ ਪਊਗਾ। ਤੇ ਅਰਜੀ ਇਸ ਤਰ੍ਹਾਂ ਦਾ ਪਿਛਲੇ ਵਰ੍ਹੇ ਦੇ ਵਿੱਚ ਵੀ ਹੋਇਆ ਸੀਗਾ, ਜਦੋਂ ਸਰਕਾਰ ਵੱਲੋਂ ਇਸ ਤੇ ਪਹਿਲ ਕਦਮੀ ਕੀਤੀ ਗਈ ਸੀ ਤਾਂ ਉਹਨਾਂ ਨੇ ਮਾਰ ਪ੍ਰਬੰਧ ਕਈ ਅਪਣਾਏ ਸੀ। ਉਹਨਾਂ ਨੇ ਕਿਹਾ ਸੀ ਵੀ ਜਿਹੜੀ ਝਾੜ ਦੇ ਕਣਕ ਦੇ, ਜਾਂ ਆਪਾਂ ਕਹਿ ਲਈਏ ਵੀ ਜਿਸ ਹਿਸਾਬ ਦੇ ਨਾਲ ਇਹਦਾ ਝਾੜ ਨਿਕਲਿਆ ਸੀ, ਤਾਂ ਕਣਕ ਲੈਣ ਤੋਂ ਆਪਾਂ ਕਹਿ ਲਈਏ ਵੀ ਮਨਾ ਕਰਤਾ ਸੀ ਕੇਂਦਰ ਸਰਕਾਰ ਨੇ, ਤਾਂ ਕਿਸਾਨਾਂ ਨੂੰ ਕਾਫੀ ਇਸ ਤੋਂ ਵੱਡਾ ਧੱਕਾ ਲੱਗਿਆ ਸੀ। ਪਰ ਕਹਿੰਦੇ ਕਹਾਉਂਦੇ ਆਪਾਂ ਨੂੰ ਵੀ ਪਤਾ ਕਿਸਾਨ ਆਪਦੀਆਂ ਮੰਗਾਂ ਮੰਗਵਾ ਲੈਂਦੇ ਆ, ਤਾਂ ਉਹਨਾਂ ਨੇ ਹੌਲੀ ਹੌਲੀ ਕਰਕੇ ਕੀ ਆ ਜਿਹੜੀ ਉਹ ਫਸਲ ਹੈ ਉਹ ਵੇਚਤੀ ਸੀ, ਕੇਂਦਰ ਸਰਕਾਰ ਨੇ ਲੈ ਲਈ ਸੀ। ਪਰ ਇਸ ਵਾਰ ਫਿਰ ਇਸ ਤਰ੍ਹਾਂ ਹੀ ਜਾਪ ਰਿਹਾ ਵੀ ਜਿਸ ਹਿਸਾਬ ਦੇ ਨਾਲ ਕਣਕ ਦੀ ਜਿਹੜੀ ਪੈਦਾਵਾਰ ਹੈ ਉਹ ਲੱਗਦਾ ਵੀ ਘੱਟ ਹੋਊਗੀ, ਕਿਉਂਕਿ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ, ਇੰਨੀਆਂ ਜਿਹੜੀਆਂ ਧੁੱਪਾਂ ਲੱਗਣ ਲੱਗ ਗਈਆਂ ਨੇ, ਤਾਂ ਹੋ ਸਕਦਾ ਜਿਹੜਾ ਝਾੜ ਘਟ ਜੇ। ਤਾਂ ਇਸ ਹਿਸਾਬ ਦੇ ਨਾਲ ਕੇਂਦਰ ਸਰਕਾਰ ਵੱਲੋਂ ਵੀ ਹੋ ਸਕਦਾ ਵੀ ਜਿਸ ਹਿਸਾਬ ਦੇ ਨਾਲ ਪਿਛਲੀ ਵਾਰੀ ਨਾਂਹ ਨੁੱਕਰ ਕੀਤੀ ਗਈ ਸੀ, ਤਾਂ ਇਸ ਹਿਸਾਬ ਨਾਲ ਐਰਕ ਵੀ ਹੋ ਸਕਦਾ ਵੀ ਨਾਂਹ ਨੁੱਕਰ ਕੀਤੀ ਜਾਵੇ। ਤਾਂ ਆਸ ਕਰਦੇ ਆ ਵੀ ਕੇਂਦਰ ਸਰਕਾਰ ਇਸ ਗੱਲ ਤੇ ਜ਼ਰੂਰ ਕਾਰਵਾਈ ਕਰੇ, ਜਾਂ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਜਿਸ ਹਿਸਾਬ ਦੇ ਨਾਲ ਕਿਸਾਨਾਂ ਦੀ ਇਸ ਵਾਰ ਜਿਹੜੀ ਆਮਦਨ ਆ ਹੋ ਸਕਦਾ ਘਟ ਜੇ, ਜਿਸ ਹਿਸਾਬ ਦੇ ਨਾਲ ਆਪਾਂ ਤਾਂ ਆਸ ਕਰਦੇ ਆ ਵੀ ਝਾੜ ਚੰਗਾ ਨਿਕਲੇ। ਪਰ ਜੇਕਰ ਆਪਾਂ ਕਣਕ ਦੀ ਪੈਦਾਵਾਰ ਦੇਖੀਏ, ਜਾਂ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ, ਖੇਤੀਬਾੜੀਆਂ ਵੱਲੋਂ ਅਨੁਮਾਨ ਲਗਾਏ ਜਾ ਰਹੇ ਨੇ, ਉਹਨੇ ਕਿਹਾ ਵੀ ਕਣਕ ਦੀ ਜਿਹੜੀ ਪੈਦਾਵਾਰ ਜਾਂ ਝਾੜ ਆ ਐਰਵਰ ਘਟ ਸਕਦਾ। ਸੋ ਆਪਾਂ ਦੇਖਦੇ ਆ ਅੱਗੇ ਕੀ ਬਣਦਾ, ਪਰ ਕੇਂਦਰ ਸਰਕਾਰ ਵੱਲੋਂ ਆਪਾਂ ਕਹਿ ਸਕਦੇ ਆ ਵੀ ਇਸ ਤੇ ਹਜੇ ਕੋਈ ਸਟੈਪ ਨਹੀਂ ਚੱਕਿਆ ਗਿਆ, ਉਹਨਾਂ ਨੇ ਹਜੇ ਕੋਈ ਵੀ ਜਿਹੜੀ ਕਾਰਵਾਈ ਉਹ ਨਹੀਂ ਕੀਤੀ। ਪਰ
ਦੇਖਿਆ ਜਾ ਰਿਹਾ ਵੀ ਹੋ ਸਕਦਾ ਜਿਸ ਹਿਸਾਬ ਦੇ ਨਾਲ ਆਪਾਂ ਮਗਰਲੇ ਸਾਲ ਦੇਖਿਆ ਸੀ ਵੀ ਕੇਂਦਰ ਵੱਲੋਂ ਨਾ ਨੁਕਰ ਕੀਤੀ ਗਈ ਸੀ, ਇਸ ਹਿਸਾਬ ਨਾਲ ਹੋ ਸਕਦਾ ਵੀ ਇਸ ਵਾਰ ਵੀ ਕੀਤੀ ਜਾਵੇ। ਪਰ ਆਪਾਂ ਆਸ ਕਰਦੇ ਹਾਂ ਵੀ ਜਿਹੜੀ ਕਣਕ ਦਾ ਝਾੜ ਉਹ ਚੰਗਾ ਨਿਕਲੇ, ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਵਧੇ, ਕਿਉਂਕਿ ਉਹਨਾਂ ਨੂੰ ਆਸ ਸੀਗੀ ਜਿਸ ਹਿਸਾਬ ਦੇ ਨਾਲ ਮੌਸਮ ਸੀ ਉਹਨਾਂ ਨੂੰ ਲੱਗਿਆ ਸੀ ਵੀ ਇਸ ਵਾਰ ਜਿਹੜੀ ਆਮਦਨ ਉਹ ਸਾਡੀ ਵਧੂਗੀ, ਜਿਸ ਹਿਸਾਬ ਦੇ ਨਾਲ ਭੁਚਾਲ ਆਏ ਨੇ ਜਾਂ ਬਾਹਰ ਲੋਕਾਂ ਨੂੰ ਕਣਕਾਂ ਦੀ ਲੋੜ ਹੈ, ਤਾਂ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਜਿਹੜਾ ਹੁਣ ਜਿਹੜਾ ਆਮਦਨ ਆ ਉਹ ਚੰਗੀ ਹੋਊਗੀ। ਦੇਖੋ ਜੀ, ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹਨੂੰ ਕੀ ਆ ਹਰ ਵਾਰ ਉਹਦਾ ਮੁੱਦਾ ਉਠਾਇਆ ਜਾਂਦਾ, ਪਰ ਉਹਦੇ ਤੇ ਕੀ ਹੈ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਜਾਂਦੀ। ਤਾਂ ਕੀ ਆ ਹੁਣ ਜਿਹੜੀ ਹਰਿਆਣਾ ਵਿੱਚ ਕੀ ਹੋਏਗਾ, ਇੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਪੰਚਕੂਲਾ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ। ਤਾਂ ਪ੍ਰਦਰਸ਼ਨ ਕਰਨ ਮਗਰੋਂ ਜਿਹੜੇ ਪ੍ਰਦਰਸ਼ਨਕਾਰੀ ਆ ਉਹ ਹਰਿਆਣਾ ਦੇ ਮੁੱਖ ਮੰਤਰੀ ਦੀ ਜਿਹੜੀ ਕੋਠੀ ਦਾ ਘਿਰਾਓ ਕਰਨ ਵਾਸਤੇ ਆਪਦਾ ਕਾਫਲਾ ਲੈ ਕੇ ਜਦੋਂ ਜਾਂਦੇ ਸੀ ਤਾਂ ਪੁਲਿਸ ਨੇ ਉਹਨਾਂ ਦਾ ਘਿਰਾਓ ਕੀਤਾ। ਤਾਂ ਉਹਨਾਂ ਤੇ ਕੀ ਆ ਬਹੁਤ ਤਸ਼ੱਦਦ ਕੀਤਾ ਗਿਆ। ਤਾਂ ਕੀ ਆ ਉਹਨਾਂ ਤੇ ਜਿਹੜੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ, ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਇੱਕ ਜਿਹੜਾ ਮੁਲਾਜ਼ਮ ਹੁੰਦਾ ਉਹ ਕੀ ਆ ਆਪਦੇ ਜੀਵਨ ਦੇ 35 ਸਾਲ ਇੱਕ ਆਪਦੀ ਜਿਹੜੀ ਡਿਊਟੀ ਕਰਨ ਤੋਂ ਬਾਅਦ ਵੀ ਉਹ ਕੀ ਆ ਪੈਨਸ਼ਨ ਲੈਣ ਲਈ ਮਜਬੂਰ ਹੈ, ਉਹ ਕੀ ਧਰਨੇ ਲਾਉਣ ਲਈ ਮਜਬੂਰ ਹੈਗੇ। ਉਹਨਾਂ ਨੂੰ ਜਿਹੜੀ ਪੈਨਸ਼ਨ ਨਹੀਂ ਦਿੱਤੀ ਜਾਂਦੀ ਤਾਂ ਉਹ ਪੈਨਸ਼ਨ ਬਹਾਲੀ ਵਾਸਤੇ ਕੀ ਹੈ ਪ੍ਰਦਰਸ਼ਨ ਕਰ ਰਹੇ ਹੈ ਜੀ। ਇਸ ਬਾਰੇ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੀ ਹੈ ਜੇਜੇਪੀ ਨੇ ਇੱਕ ਪੱਤਰ ਰਾਹੀਂ ਕੀ ਹੈ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਕੀ ਹੈ ਮੰਗ ਕੀਤੀ ਸੀਗੀ, ਪਰ ਕੀ ਹੈ ਹਾਲੇ ਤੱਕ ਉਹਦਾ ਕੋਈ ਵੀ ਜਿਹੜਾ ਹੱਲ ਨਹੀਂ ਕੀਤਾ ਗਿਆ ਹੈਗਾ। ਜੀ ਜਦੋਂ ਨਾ ਆਪਾਂ ਪੈਨਸ਼ਨ ਸਕੀਮ ਦੀ ਗੱਲ ਕਰਦੇ ਆ, ਚਾਹੇ ਉਹ ਆਪਾਂ ਕਰ ਲਈਏ ਵੀ ਮੁਲਾਜ਼ਮਾਂ ਤੋਂ ਆ, ਚਾਹੇ ਆਪਾਂ ਕਰ ਲਈਏ ਵੀ ਮੁਲਾਜ਼ਮਾਂ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵਿੱਢਿਆ ਹੋਇਆ ਜੀ। ਪੈਨਸ਼ਨ ਸਕੀਮ ਬੰਦ ਕਰਨ ਦੀ ਲੋੜ ਕਿਉਂ ਪਈ? ਪਹਿਲੀ ਗੱਲ ਤਾਂ ਜੇਕਰ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਗਈ ਤਾਂ ਉਹਦੇ ਆਪਾਂ ਨੂੰ ਜਿਹੜੇ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕਿਉਂਕਿ ਆਪਾਂ ਨੂੰ ਵੀ ਪਤਾ ਵੀ ਜਦੋਂ ਕੋਈ ਬੰਦਾ ਸਰਕਾਰੀ ਨੌਕਰੀ ਕਰਦਾ, ਜਿਵੇਂ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ 35 ਸਾਲ ਉਹ ਕਮ ਸੇ ਕਮ ਜਿਹੜੀ ਨੌਕਰੀ ਕਰਦਾ ਹੈ, ਮੈਨੂੰ ਲੱਗਦਾ ਵੀ ਜ਼ਿੰਦਗੀ ਜਿਹੜੀ ਆਪਦੀ ਅੱਧੀ ਜ਼ਿੰਦਗੀ ਆ ਉਹ ਸਰਕਾਰ ਦੇ ਹਿੱਸੇ ਲਾਉਂਦਾ ਹੈ, ਸਰਕਾਰ ਦਾ ਕੰਮ ਕਰਦਾ ਹੈ ਤੇ ਸਰਕਾਰ ਤੋਂ ਤਨਖਾਹ ਵੀ ਲੈਂਦਾ। ਤੇ ਉਹ ਇਹ ਆਸ ਕਰਦਾ ਵੀ ਜਦੋਂ ਉਹ ਰਿਟਾਇਰ ਹੋਊਗਾ ਫਿਰ ਚਾਹੇ ਉਹਦੀ ਉਮਰ 50 ਹੋਵੇ, ਚਾਹੇ 49 ਹੋਵੇ ਤੇ ਭਾਵੇਂ 48 ਹੋਵੇ, ਤਕਰੀਬਨ ਇੰਨੀ ਉਮਰ ਦੇ ਵਿੱਚ ਜਿਹੜਾ ਸਰਕਾਰੀ ਬੰਦਾ ਉਹ ਰਿਟਾਇਰ ਹੁੰਦਾ। ਉਸ ਤੋਂ ਬਾਅਦ ਉਹਨੂੰ ਹੁੰਦਾ ਵੀ ਜਿਹੜੀ ਮੈਨੂੰ ਪੈਨਸ਼ਨ ਹੈ, ਚਾਹੇ ਆਪਾਂ ਗੱਲ ਕਰ ਲਈਏ ਵੀ ਉਹ ਅੱਧ ਮਿਲਦੀ ਹੈ ਚਾਹੇ ਜਿੰਨੀ ਵੀ ਮਿਲਦੀ ਹੈ, ਕਿਉਂਕਿ ਉਹਨੂੰ ਵੀ ਪਤਾ ਜਦੋਂ ਬੁਢਾਪਾ ਆਉਂਦਾ ਤੇ ਬੁਢਾਪੇ ਦੇ ਵਿੱਚ ਪੈਸਿਆਂ ਦੀ ਲੋੜ ਹੁੰਦੀ ਹੈ। ਤੇ ਆਪਾਂ ਨੂੰ ਵੀ ਪਤਾ ਵੀ ਜਿਸ ਹਿਸਾਬ ਦੇ ਨਾਲ ਮਹਿੰਗਾਈ ਵੱਧਦੀ ਜਾ ਰਹੀ ਹੈ ਤਾਂ ਪੈਨਸ਼ਨਾਂ ਦੀ ਲੋੜ ਆਪਾਂ ਨੂੰ ਪੈਣੀ ਆ। ਤੇ ਜਿਸ ਹਿਸਾਬ ਦੇ ਨਾਲ ਅੱਜ ਦੇ ਆਪਾਂ ਬੱਚਿਆਂ ਦੀ ਗੱਲ ਕਰਦੇ ਆ, ਚਾਹੇ ਅੱਜ ਦਾ ਸਮਾਂ ਕਲਯੁਗ ਦੀ ਗੱਲ ਕਰਦੇ ਆ, ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਡਰ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਨੂੰ ਬੱਚਿਆਂ ਨੇ ਨਾ ਪੁੱਛਿਆ ਤੇ ਜੇਕਰ ਉਹਨਾਂ ਨੂੰ ਪੈਨਸ਼ਨਾਂ ਮਿਲੀਆਂ ਤਾਂ ਉਹ ਬਜ਼ੁਰਗ ਜਦੋਂ ਹੋ ਗਏ ਉਦੋਂ ਕੀ ਕਰਨਗੇ ਜੀ। ਤਾਂ ਅਗਲੀ ਖਬਰ ਕੀ ਕਹਿੰਦੀ ਹੈ ਜੀ, ਤੁਹਾਨੂੰ ਵੀ ਪਤਾ ਵੀ 29 ਮਈ ਨੂੰ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਉਸ ਨੂੰ ਲੈ ਕੇ ਉਸ ਦੇ ਪਿਤਾ ਵੱਲੋਂ ਕਾਫੀ ਕੁਝ ਕੀਤਾ ਗਿਆ ਜੀ। ਜਿਵੇਂ ਆਪਾਂ ਗੱਲ ਕੀਤੀ ਸੀ ਵੀ ਉਹਨਾਂ ਵੱਲੋਂ ਉਸ ਦੀ ਯਾਦ ਨੂੰ ਲੈ ਕੇ ਕਾਫੀ ਜਿਹੜੇ ਧਰਨੇ ਵੀ ਦਿੱਤੇ ਗਏ ਸੀ, ਚਾਹੇ ਉਹਨਾਂ ਦੀ ਯਾਦ ਲਈ ਉਹਨਾਂ ਨੇ ਕਾਫੀ ਜੋ ਗੱਡੀਆਂ ਤੇ ਰੈਲੀਆਂ ਵੀ ਕੀਤੀਆਂ ਸੀ ਜੀ। ਤਾਂ ਹੁਣ ਕੀ ਹੈ ਜੀ, ਜ਼ਿਲ੍ਹਾ ਲੁਧਿਆਣਾ ਦੇ ਸੁਧਾਰ ਦੇ ਵਿੱਚ ਪਿੰਡ ਢਾਲੀਵਾਲ ਪੱਤੀ ਦੇ ਵਿੱਚ ਕੀ ਹੈ ਇੱਕ ਕਲੱਬ ਯੂਥ ਵੱਲੋਂ, ਚਾਹੇ ਮੈਂ ਕਹਿ ਲਾ ਵੀ ਕਲਗੀਧਰ ਫੈਡਰੇਸ਼ਨ ਅਤੇ ਸਪੋਰਟਸ ਕਲੱਬ ਵੱਲੋਂ ਜਿਹੜੇ ਪਿਛਲੇ ਪੂਰੇ 12 ਸਾਲਾਂ ਤੋਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ। ਤੇ ਐਰਕੀ 13ਵਾਂ ਸਾਲ ਸੀਗਾ ਜਿਹੜਾ ਇਹ ਟੂਰਨਾਮੈਂਟ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦ ਵਿੱਚ ਕਰਵਾਇਆ ਜਾਂਦਾ ਜੀ। ਪਰ ਐਰਕੀ ਉਹਨਾਂ ਨੇ ਕੀ ਸੀ, ਸ਼ੁਭਮਦੀਪ ਸਿੰਘ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਆਪਾਂ ਜਾਣਦੇ ਆ, ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਸੀ। ਤੇ ਕਾਫੀ ਵੱਡੇ ਵੱਡੇ ਜਿਹੜੇ ਨਾਮ ਆ ਉਹ ਰੱਖੇ ਗਏ ਸੀ, ਜਿਸ ਦੇ ਵਿੱਚ ਜੇਕਰ ਮੈਂ ਬੈਸਟ ਜਾਫੀ ਜਾਂ ਰੇਟਰ ਦੀ ਗੱਲ ਕਰਾਂ ਤਾਂ ਉਸ ਨੂੰ ਜਿਹੜਾ 5911 ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਪਸੰਦੀਦਾ ਟਰੈਕਟਰ ਸੀ ਉਹ ਵੀ ਦਿੱਤਾ ਜਾਣਾ ਸੀ। ਇਹ ਜਿਹੜੇ ਨਾਮ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਲਾਣੇ ਗਏ ਸੀ ਤੇ ਕਾਫੀ ਜਿਹੜੀ ਰਾਸ਼ੀ ਆ ਜੇਤੂਆਂ ਨੂੰ ਦਿੱਤੀ ਜਾਣੀ ਸੀ ਜੀ। ਪਰ ਜਦੋਂ ਇਹ ਜਿਹੜੇ ਮੈਚ ਨੇ ਕਰਵਾਏ ਜਾ ਰਹੇ ਸੀ, ਉਸ ਪਿੰਡ ਦੇ ਵਿੱਚ ਜਿਹੜੇ ਮੈਚ ਆ ਉਹ ਕਰਵਾਏ ਜਾ ਰਹੇ ਸੀਗੇ, ਤਾਂ ਅਚਾਨਕ ਜਿਹੜੀਆਂ ਕੁੱਲ 12 ਟੀਮਾਂ ਉੱਥੇ ਪਹੁੰਚੀਆਂ ਸੀ ਤਾਂ ਅੱਧ ਦੇ ਵਿੱਚ ਜਿਹੜੇ ਮੈਚ ਆ ਉਹ ਰੱਦ ਕਰ ਦਿੱਤੇ ਗਏ। ਰੱਦ ਕਿਉਂ ਕਰ ਦਿੱਤੇ ਗਏ, ਇਸ ਦੇ ਫੈਸਲੇ ਜਿਹੜੇ ਹਜੇ ਨਹੀਂ ਲਏ ਗਏ। ਕਾਫੀ ਚਰਚਾ ਹੋਈ, ਕਾਫੀ ਵਿਵਾਦ ਵੀ ਹੈ, ਕਾਫੀ ਲੋਕਾਂ ਨੇ ਆਪਦੀਆਂ ਜਿਹੜੀਆਂ ਚਾਹੇ ਮੈਂ ਕਹਿੰਦਾ ਵੀ ਟਰਸਟ ਵੱਲੋਂ ਆਪਦਾ ਜਿਹੜਾ ਵਿਊ ਦਿੱਤਾ ਗਿਆ ਜਾਂ ਹੋਰਾਂ ਲੋਕਾਂ ਵੱਲੋਂ ਜਿਹੜੇ ਆਪਦੇ ਵਿਊ ਦਿੱਤੇ ਜਾ ਰਹੇ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਗੈਂਗਸਟਰ ਨੇ ਤਾਂ ਉਹਨਾਂ ਵੱਲੋਂ ਕੀ ਹੈ ਖਿਡਾਰੀਆਂ ਨੂੰ ਧਮਕਾਇਆ ਗਿਆ ਜਦੋਂ ਉਸਦੇ ਪਿਤਾ ਵੱਲੋਂ ਜਿਹੜਾ ਭਾਸ਼ਣ ਦਿੱਤਾ ਗਿਆ। ਤੇ ਜਦੋਂ ਉਸਦੇ ਪਿਤਾ ਉੱਥੇ ਭਾਸ਼ਣ ਦੇ ਵਿੱਚ ਮੌਜੂਦ ਸਨ, ਜਦੋਂ ਆਏ ਸਨ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਮੁੱਖ ਉਹ ਮਹਿਮਾਨ ਸਨ ਉੱਥੇ ਕਬੱਡੀ ਟੂਰਨਾਮੈਂਟ ਦੇ। ਤੇ ਜਦੋਂ ਬੈਠੇ ਉਹਨਾਂ ਨੇ ਭਾਸ਼ਣ ਦਿੱਤਾ ਤਾਂ ਨਾਲ ਦੀ ਨਾਲ ਜਿਹੜਾ ਕਬੱਡੀ ਟੂਰਨਾਮੈਂਟ ਉਹ ਬੰਦ ਕਰ ਦਿੱਤਾ ਗਿਆ ਤੇ ਇਸ ਤੇ ਉਹਨਾਂ ਨੇ ਨਿਰਾਦਰ ਸਮਝ ਕੇ ਉਸਦੇ ਪਿਤਾ ਜੀ ਉੱਥੋਂ ਚਲੇ ਗਏ। ਪਰ ਮਸਲਾ ਤਾਂ ਇੱਥੇ ਇਹ ਹੈ ਵੀ ਜਿਸ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਦਬਾਅ ਨੇ ਉਹ ਗੈਂਗਸਟਰਾਂ ਵੱਲੋਂ ਪਾਏ ਜਾ ਰਹੇ ਨੇ।
ਫਿਰ ਤਾਂ ਆਪਾਂ ਇਹ ਸਮਝ ਲੈਂਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਹੁਣ ਗੈਂਗਸਟਰ ਆ, ਜਿਹੜੇ ਗੈਂਗਸਟਰਵਾਦ ਸ਼ੁਰੂ ਹੋ ਗਿਆ ਉਹ ਪੰਜਾਬ ਨੂੰ ਕੰਟਰੋਲ ਕਰ ਰਿਹਾ। ਜਿਵੇਂ ਯੂਪੀ ਦੇ ਵਿੱਚ ਹੁੰਦਾ, ਆਪਾਂ ਨੂੰ ਪਤਾ ਵੀ ਯੂਪੀ ਦੇ ਵਿੱਚ ਜ਼ਿਆਦਾਤਰ ਗੈਂਗਸਟਰਵਾਦ ਦੇ ਰਾਹੀਂ ਜਿਹੜੀ ਯੂਪੀ ਆ ਕੰਟਰੋਲ ਕੀਤੀ ਜਾ ਰਹੀ ਹੈ। ਤੇ ਫਿਰ ਜੇਕਰ ਇਹੀ ਪ੍ਰਬੰਧ ਆਪਾਂ ਇੱਥੋਂ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ, ਉਵੇਂ ਹੋਣ ਲੱਗ ਪਿਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਤਾਂ ਫਿਰ ਡਰ ਲੱਗਣ ਲੱਗ ਜੂ। ਜਿਵੇਂ ਆਪਾਂ ਪਿੱਛੇ ਜੇ ਦੇਖਿਆ ਸੀ, ਇੱਕ ਘੋੜਿਆਂ ਦੇ ਵਪਾਰੀ ਵੱਲੋਂ ਵੀ ਉਸ ਨੂੰ ਫੋਨ ਕੀਤਾ ਗਿਆ ਸੀ, ਉਸ ਤੋਂ 25 ਲੱਖ ਦੀ ਜਿਹੜੀ ਫਰੋਤੀ ਮੰਗੀ ਗਈ ਸੀ ਤਾਂ ਉਸਨੇ ਨਾ ਦੇਣ ਤੇ ਉਹਨੂੰ ਕਿਹਾ ਸੀ ਵੀ ਤੈਨੂੰ ਜਾਨੋਂ ਮਾਰ ਦਾਂਗੇ, ਪਰ ਉਸਨੇ ਕਿਹਾ ਵੀ ਜੇ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਤੁਸੀਂ ਮੈਨੂੰ ਜਾਨੋਂ ਮਾਰਨਾ ਤਾਂ ਮਾਰ ਦਿਓ। ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਜਦੋਂ ਲੋਕਾਂ ਨੂੰ ਆਉਂਦੀਆਂ ਨੇ, ਜਦੋਂ ਖਿਡਾਰੀਆਂ ਨੂੰ ਮਿਲਦੀਆਂ ਨੇ, ਫਿਰ ਚਾਹੇ ਆਪਾਂ ਸੰਦੀਪ ਨੰਗਲੰਬੀਆਂ ਦੀ ਗੱਲ ਕਰੀਏ, ਜਿਸ ਹਿਸਾਬ ਦੇ ਨਾਲ ਗਰਾਊਂਡ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ, ਬਹੁਤ ਜਿਹੜਾ ਆਪਾਂ ਦੁੱਖਦਾਇਕ ਇਹ ਘਟਨਾ ਵਾਪਰੀ ਸੀਗੀ। ਤਾਂ ਆਪਾਂ ਨੂੰ ਇਹ ਲੱਗਦਾ ਵੀ ਹੁਣ ਜਿਹੜਾ ਪੰਜਾਬ ਦੇ ਵਿੱਚ ਲੋਕ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਲੋਕਾਂ ਨੂੰ ਫੋਨ ਆਉਂਦੇ ਨੇ, ਜਦੋਂ ਫੋਨ ਚੱਕਦੇ ਨੇ ਤਾਂ ਉਹਨਾਂ ਨੂੰ ਡਰ ਹੁੰਦਾ ਵੀ ਯਾਰ ਕਿਸੇ ਗੈਂਗਸਟਰ ਦਾ ਫੋਨ ਆ ਗਿਆ ਹੋਵੇ, ਕਿਤੇ ਕੋਈ ਫਰੌਤੀ ਮੰਗਣ ਵਾਲੇ ਦਾ ਨਾ ਫੋਨ ਆ ਗਿਆ ਹੋਵੇ। ਜਿਸ ਹਿਸਾਬ ਦੇ ਨਾਲ ਪੰਜਾਬ ਦੇ ਇਹ ਹਾਲਾਤ ਬਣੇ ਹੋਏ ਨੇ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਇਸ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ, ਇਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ। ਕਿਉਂਕਿ ਉਹਨਾਂ ਨੇ, ਜੇਕਰ ਮੈਂ ਕਮੇਟੀ ਦੀ ਗੱਲ ਕਰਾਂ ਤਾਂ ਕਮੇਟੀ ਵੱਲੋਂ ਤਾਂ ਆਸਾਨੀ ਨਾਲ ਕਹਿ ਦਿੱਤਾ ਗਿਆ, ਉਹਨਾਂ ਨੇ ਕਿਹਾ ਵੀ ਟੀਮਾਂ ਜਿਹੜੀਆਂ ਉੱਥੇ ਨਹੀਂ ਪਹੁੰਚ ਸਕੀਆਂ ਕਿਉਂਕਿ ਨਾਲ ਦੇ ਪਿੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀਗਾ ਤੇ ਟੀਮਾਂ ਕੀ ਹੈ ਇੱਥੋਂ ਛੱਡ ਕੇ ਉੱਥੇ ਚਲੀਆਂ ਗਈਆਂ। ਪਰ ਮਸਲਾ ਆਸ਼ ਜੀ ਇੱਥੇ ਨਹੀਂ ਨਿਬੜਦਾ। ਮਸਲਾ ਇੱਥੇ ਨਹੀਂ ਨਿਬੜਦਾ ਵੀ ਜੇਕਰ ਟੀਮਾਂ ਦੂਜੇ ਪਾਸੇ ਚਲੀਆਂ ਗਈਆਂ ਤੇ ਇੱਥੇ ਟੀਮਾਂ ਕਿਉਂ ਨਹੀਂ ਆਈਆਂ? ਜਿਹੜੀਆਂ ਟੀਮਾਂ ਐਂਟਰ ਹੋਈਆਂ ਉਹ ਖੇਡੀਆਂ ਕਾਹਤੋਂ ਨਹੀਂ? ਅੱਧ ਵਿਚਕਾਰ ਮੈਚ ਛੱਡ ਕੇ ਕਿਉਂ ਗਈਆਂ? ਜਦੋਂ ਧਮਕੀਆਂ ਮਿਲਦੀਆਂ ਤਾਂ ਫਿਰ ਆਪਾਂ ਨੂੰ ਵੀ ਪਤਾ ਵੀ ਜਾਨ ਕਿਹਨੂੰ ਨਹੀਂ ਪਿਆਰੀ, ਕਿਹਨੂੰ ਆਪਦਾ ਪਿਆਰ ਨਹੀਂ ਪਿਆਰਾ, ਕਿਹਨੂੰ ਇਹ ਨਹੀਂ ਹੁੰਦਾ ਵੀ ਮੈਂ ਆਪਦੀ ਜਾਨ ਬਚਾਵਾਂ, ਮੈਚਾਂ ਦਾ ਕੀ ਹੈ, ਕੱਲ ਨੂੰ ਹੋਰ ਖੇਡ ਲਾਂਗੇ। ਸੋ ਇਸ ਤਰ੍ਹਾਂ ਨਾਲ ਜਿਸ ਹਿਸਾਬ ਨਾਲ ਗੈਂਗਸਟਰਵਾਦ ਪੰਜਾਬ ਦੇ ਵਿੱਚ ਚੱਲ ਰਿਹਾ, ਜਾਂ ਮੈਂ ਕਹਿ ਲਾ ਵੀ ਹੁਣ ਪੂਰੀ ਚੋਟੀ ਤੇ ਹੈ, ਤਾਂ ਪ੍ਰਸ਼ਾਸਨ ਵੱਲੋਂ ਕਾਫੀ ਕੰਮ ਕਰਨੇ ਚਾਹੀਦੇ ਆ। ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ, ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਦੀ ਇਹ ਮੰਨਿਆ ਵੀ ਮੇਰੀ ਜਿਹੜੀ ਬੇਇੱਜ਼ਤੀ ਕੀਤੀ ਗਈ ਹੈ, ਤਾਂ ਆਪਾਂ ਇੱਥੇ ਆਸ ਕਰਦੇ ਆ ਵੀ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਕਾਰਵਾਈ ਕੀਤੀ ਜਾਊਗੀ, ਉਹਨਾਂ ਨੂੰ ਇਨਸਾਫ ਮਿਲੂਗਾ। ਤੇ ਕਬੱਡੀ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਵੀ ਜਲਦ ਤੋਂ ਜਲਦ ਜਿਹੜੀ ਦੂਰੀ ਵਾਰੀ ਇਹ ਟੂਰਨਾਮੈਂਟ ਕਰਵਾਇਆ ਜਾਊਗਾ। ਬਾਕੀ ਦੇਖਦੇ ਆ ਕੀ ਬਣਦਾ ਜੀ ਅੱਗੇ ਪੰਜਾਬ ਦੇ ਵਿੱਚ ਕੀ ਕੁਝ ਹੋ ਕੇ ਨਿਬੜਦਾ, ਕਿਵੇਂ ਇਹ ਗੈਂਗਸਟਰਵਾਦ ਖਤਮ ਹੁੰਦਾ, ਕਿਵੇਂ ਪ੍ਰਸ਼ਾਸਨ ਜਾਂ ਸਰਕਾਰਾਂ ਆਪਦਾ ਜਿਹੜਾ ਉਹ ਕੰਮ ਕਰਦੀਆਂ ਨੇ। ਖੈਰ ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ। ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਸਾਡੇ YouTube ਤੇ ਵਿਰਾਸਤ ਮੀਡੀਆ ਕੈਨੇਡਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ। ਸਾਡੀ ਵਿਰਾਸਤ, ਸਾਡੀ ਪਹਿਚਾਣ।